ਵਾਹਿਗੁਰੂ ਸਾਹਿਬ ਜੀਓ। ਜੇ ਸੌ ਚੰਦਾ ਉਗਮੈ, ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਵਾਹਿਗੁਰੂ ਸਾਹਿਬ ਜੀਓ। ਆਸਾ ਬਾਣੀ ਸ਼੍ਰੀ ਰਵਿਦਾਸ ਜੀਓ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ਼। ਪੰਚ ਦੋਖ ਅਸਾਧ ਜਾਮੈ, ਤਾਂ ਕੀ ਕੇਤਕ ਆਸ। ਮਾਧੋ ਅਬਿਦਿਆ ਹਿਤ ਕੀਨਾ, ਵਿਵੇਕ ਦੀਪ ਮਲੀਨ। ਮਾਧੋ ਅਬਿਦਿਆ ਹਿਤ ਕੀਨਾ, ਵਿਵੇਕ ਦੀਪ ਮਲੀਨ। ਰਹਾਉ ਤ੍ਰਿਗਦ ਜੋਨ ਅਚੇਤ, ਸੰਭਵ ਪੁੰਨ ਪਾਪ ਅਸੋਚ। ਮਾਨੁਖਾ ਅਵਤਾਰ ਦੁਲਭ, ਤੇਹੀ ਸੰਗਤ ਪੋਚ। ਜੀ ਜੰਤ ਜਹਾਂ ਜਹਾਂ ਲਗ, ਕਰਮ ਕੇ ਬਸ ਜਾਏ। ਕਾਲ ਫਾਸ ਅਬਦ ਲਾਗੇ, ਕਛ ਨਾ ਚੱਲੈ ਉਪਾਏ। ਰਵਿਦਾਸ ਦਾਸ ਉਦਾਸ, ਤਜ ਭ੍ਰਮ ਤਪਨ ਤਪ ਗੁਰ ਗਿਆਨ। ਭਗਤ ਜਨ ਪੈ ਹਰਨ, ਪਰਮਾਨੰਦ ਕਰੋ ਨਿਦਾਨ। ਭਗਤ ਜਨ ਪੈ ਹਰਨ, ਪਰਮਾਨੰਦ ਕਰੋ ਨਿਦਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਈਮਾਨ ਸ਼ਬਦ ਗੁਰੂ ਬਾਣੀ ਕੇ ਬੋਇਥ, ਅੰਮ੍ਰਿਤ ਕੇ ਦਾਤੇ ਵਾਲੀਏ ਕੁਲ ਆਲਮ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਵਿੱਚ ਸਜੇ ਹੋਏ ਇਹਨਾਂ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਸਦਕਾ ਗੁਰਦੇਵ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਦੇ ਪਾਸੋਂ ਸ਼ਰਵਣ ਕਰ ਰਹੇ ਸੀ। ਆਓ ਹੁਣ ਕੁਝ ਕੁ ਸਮੇਂ ਲਈ
ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਨੂੰ ਪ੍ਰਾਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੀ ਗੋਦ ਵਿੱਚ ਬੈਠੇ ਹੋ, ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਜਿਸ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਭਗਤ ਰਵਿਦਾਸ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਕ 486 ਦੇ ਉੱਤੇ ਸੁਭਾਏਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਭਗਤ ਰਵਿਦਾਸ ਸਾਹਿਬ ਨੇ ਸਮਾਜ ਦੀ ਇੱਕ ਅਜੋਕੀ ਤਰਾਸਦੀ ਜਿਹੜੀ ਹੈ ਉਹਨੂੰ ਬਾਖੂਬੀ ਬਿਆਨਿਆ ਵੀ ਹੈ। ਉਹਦੇ ਨੁਕਸਾਨ ਵੀ ਜਿਹੜੇ ਨੇ ਉਹ ਸਾਡੇ ਸਨਮੁਖ ਰੱਖੇ ਨੇ। ਉਹ ਤਰਾਸਦੀ ਕਿਹੜੀ ਹੈ? ਉਹ ਹੈ ਅਗਿਆਨੀ ਹੋਣਾ, ਬੇਸਮਝ ਹੋਣਾ, ਮੂਰਖ ਹੋਣਾ। ਰਹਾਉ ਵਾਲੀ ਪੰਕਤੀ ਵਿੱਚ ਭਗਤ ਰਵਿਦਾਸ ਸਾਹਿਬ ਨੇ ਵਾਕ ਰੱਖਿਆ ਹੈ, ਮਾਧੋ ਅਵਿਦਿਆ ਹੇਤਕੀਨ। ਮੂਰਖ ਜਾਂ ਅਗਿਆਨੀ ਹੋਣਾ ਇੱਕ ਵੱਖਰਾ ਵਿਸ਼ਾ ਹੈ, ਪਰ ਸਭ ਤੋਂ ਘਾਤਕ ਗੱਲ ਇਹ ਹੈ ਕਿ ਕਿਸੇ ਬੰਦੇ ਨੂੰ ਆਪਣੀ ਅਗਿਆਨਤਾ ਤੇ ਆਪਣੇ ਮੂਰਖਪੁਣੇ ਉੱਤੇ ਜੇ ਫਖਰ ਹੋਣ ਲੱਗ ਪਵੇ। ਕਿਸੇ ਬੰਦੇ ਨੂੰ ਸਮਝ ਨਹੀਂ ਹੈ ਗੱਲ, ਉਹਨੂੰ ਸਮਝਾਈ ਜਾ ਸਕਦੀ ਹੈ, ਪਰ ਕੋਈ ਬੰਦਾ ਅਗਿਆਨਤਾ ਦੇ ਨਾਲ ਹੇਤੀ ਕਰਨ ਲੱਗ ਪਵੇ, ਉਹਨੂੰ ਆਪਣੀ ਮੂਰਖਤਾ ਉੱਤੇ ਫਖਰ ਹੋਣ ਲੱਗ ਪਵੇ, ਤੁਸੀਂ ਉਹਦਾ ਇਲਾਜ ਕਰ ਸਕਦੇ ਹੋ। ਹੁਣ ਕਿਸੇ ਬੰਦੇ ਨੂੰ ਬਿਮਾਰੀ ਹੋਵੇ, ਡਾਕਟਰ ਉਹਦਾ ਇਲਾਜ ਕਰੇਗਾ ਦਵਾਈ ਦੇ ਕੇ, ਪਰ ਕਿਸੇ ਬੰਦੇ ਨੂੰ ਦਵਾਈ ਉੱਤੇ ਭਰੋਸਾ ਨਾ ਹੋ ਕੇ ਆਪਣੀ ਬਿਮਾਰੀ ਉੱਤੇ ਫਖਰ ਹੋਣਾ ਸ਼ੁਰੂ ਹੋ ਜਾਵੇ, ਉਹਦਾ ਇਲਾਜ ਕਿਵੇਂ ਕਰ ਲਓਗੇ ਤੁਸੀਂ? ਤੁਸੀਂ ਕਈ ਵਾਰ ਵੇਖਿਆ ਹੋਵੇਗਾ ਜਿਹੜੇ ਲੋਕ ਭੀਖ ਮੰਗਦੇ ਨੇ, ਮੰਗਤੇ ਬਣ ਜਾਂਦੇ ਨੇ, ਇਹਨਾਂ ਦੇ ਹੱਥ ਪੈਰ ਬਹੁਤ ਸਲਾਮਤ ਨੇ, ਉਹਨਾਂ ਨੂੰ ਤੁਸੀਂ ਕਦੀ ਸਲਾਹ ਦੇ ਕੇ ਵੇਖੋ, ਉਹਨਾਂ ਨੂੰ ਕਹੋ ਤੁਸੀਂ ਕੋਈ ਕੰਮ ਕਰ ਲਿਆ ਕਰੋ, ਕੋਈ ਕਿਰਤ ਕਰਿਆ ਕਰੋ, ਕੋਈ ਦਿਹਾੜੀ ਕਰਿਆ ਕਰੋ, ਉਹ ਨਹੀਂ ਕਰੇਗਾ। ਰੀਜ਼ਨ ਕੀ ਹੈ? ਕਿਉਂਕਿ ਹੁਣ ਉਹਦੇ ਲਈ ਮੰਗਤਾ ਬਣਨਾ ਕੋਈ ਤੋਹੀਨ ਵਾਲੀ ਗੱਲ ਨਹੀਂ ਰਹੀ। ਜਿਹੜੀ ਉਹਦੀ ਬਿਰਤੀ ਬਣ ਗਈ, ਉਹਦੇ ਨਾਲ ਉਹਦੀ ਅਟੈਚਮੈਂਟ, ਉਹਦਾ ਸਨੇਹ ਇੰਨਾ ਕੁ ਬਣ ਗਿਆ ਹੈ, ਉਹ ਕਹਿੰਦਾ ਇੱਦਾਂ ਹੀ ਠੀਕ ਹੈ। ਸਤਿਗੁਰੂ ਮਹਾਰਾਜ ਨੇ ਅਗਿਆਨੀ ਤੋਂ ਗਿਆਨ ਵਾਲਾ ਬਣਾਉਣ ਦੇ ਲਈ ਗੁਰਦੇਵ ਨੇ ਪੁਰਜ਼ੋਰ ਯਤਨ ਕੀਤਾ ਹੈ। ਭਗਤ ਰਵਿਦਾਸ ਸਾਹਿਬ ਕਹਿੰਦੇ ਨੇ, ਮਾਧੋ ਅਵਿਦਿਆ ਹੇਤਕੀਨ। ਮਨੁੱਖ ਦਾ ਅਗਿਆਨਤਾ ਦੇ ਨਾਲ ਜਿਹੜਾ ਹਿੱਤ ਹੈ, ਜਿਹੜਾ ਮੋਹ ਹੈ, ਉਹਦੇ ਨਾਲ ਉਹਦਾ ਵਿਵੇਕ ਬੁੱਧੀ ਵਾਲਾ ਜਿਹੜਾ ਦੀਪਕ ਹੈ ਉਹ ਮਲੀਨ ਹੋ ਗਿਆ, ਉਹਨੂੰ ਦਿਸਦਾ ਨਹੀਂ ਹੈ, ਉਹਨੂੰ ਸਮਝ ਨਹੀਂ ਹੈ। ਮੈਂ ਜਿਹੜੀ ਅਰਜ਼ ਤੁਹਾਡੇ ਚਰਨਾਂ ਵਿੱਚ ਕਰ ਰਿਹਾ ਸੀ, ਹੁਣ ਕਈ ਐਸੇ ਨੇ ਜਿਹੜੇ ਭੀਖ ਤੇ ਮੰਗਦੇ ਨੇ, ਉਹਨਾਂ ਦੇ ਹੱਥ ਪੈਰ ਸਲਾਮਤ ਨੇ ਪਰ ਕੋਈ ਕਿਰਤ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਮਨ ਕਰਕੇ ਵੀ ਕੋੜੇ ਹੋ ਗਏ ਹੋ। ਤੇ ਤੁਹਾਨੂੰ ਕਈ ਐਸੇ ਵੀ ਮਿਲ ਜਾਣਗੇ ਜਿਹੜੇ ਸਰੀਰ ਕਰਕੇ ਖੀਣ ਹਨ, ਜਿਨ੍ਹਾਂ ਦੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹਨ। ਕਿਸੇ ਦੀ ਬਾਂਹ ਨਹੀਂ ਹੈਗੀ, ਕਿਸੇ ਦੀ ਲੱਤ ਨਹੀਂ ਹੈਗੀ, ਪਰ ਉਹ ਫਿਰ ਵੀ ਕਿਰਤ ਕਰ ਰਹੇ ਨੇ, ਫਿਰ ਵੀ ਆਪਣੀ ਮਿਹਨਤ ਕਰ ਰਹੇ ਨੇ। ਫਰਕ ਕੀ ਹੈ? ਇੱਕ ਨੇ ਉਸ ਚੀਜ਼ ਦੇ ਨਾਲ ਇੰਨਾ ਕੁ ਸਨੇਹ ਪਾ ਲਿਆ ਹੈ, ਆਪਣੇ ਮੰਗਤੇ ਹੋਣ ਦੇ ਨਾਲ ਇੰਨਾ ਕੁ ਉਹਦੀ ਮੁਹੱਬਤ ਹੋ ਗਈ ਹੈ ਕਿ ਉਹ ਸੱਚ ਦੇ ਰਾਹ ਦੇ ਉੱਤੇ, ਉਹ ਕਿਰਤ ਵਾਲੇ ਰਾਹ ਤੇ ਤੁਰ ਨਹੀਂ ਸਕਦਾ। ਤੇ ਇੱਕ ਸਰੀਰ ਕਰਕੇ ਨਕਾਰਾ ਹੁੰਦਿਆਂ ਹੋਇਆਂ ਵੀ ਜਿਹੜਾ ਹੈ, ਉਹਨੇ ਉਸ ਚੀਜ਼ ਨੂੰ ਨਕਾਰਾ ਨਹੀਂ ਸਮਝਿਆ। ਬਾਣੀ ਦਾ ਵਾਕ ਹੈ ਨਾ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ। ਵੇਖੋ ਕਿੱਡਾ ਪਿਆਰਾ ਵਾਕ ਰੱਖਿਆ ਮਹਾਰਾਜ। ਕਹਿੰਦੇ ਕੋਈ ਬੰਦਾ ਅੰਨਾ ਸੀ, ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਆ ਗਈ ਜਦੋਂ ਗੁਰੂ ਨੂੰ ਮਿਲਿਆ, ਕਿਉਂਕਿ ਗੁਰੂ ਨੇ ਉਹਦੀ ਅਗਿਆਨਤਾ ਦਾ ਨਾਸ਼ ਕਰ ਦਿੱਤਾ। ਗੁਰੂ ਨੇ ਉਹਦੇ ਅੰਦਰ ਦੀ ਜਿਹੜੀ ਬੁਰਾਈ ਸੀ ਉਹਨੂੰ ਕੱਢ ਦਿੱਤਾ। ਗੁਰੂ ਨੂੰ ਮਿਲ ਕੇ ਉਹਦੀ ਅਗਿਆਨਤਾ ਦਾ ਨਾਸ਼ ਹੋ ਗਿਆ। ਇਸ ਕਰਕੇ ਜਹ ਗਿਆਨ ਪ੍ਰਕਾਸ਼ ਗਿਆਨ ਮਿਟੰਤ, ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਜਿੱਥੇ ਗਿਆਨ ਦੀ ਸਮਝ ਆ ਜਾਵੇ,
ਉੱਥੇ ਅਗਿਆਨਤਾ ਮਿਟ ਜਾਂਦੀ ਹੈ। ਤੇ ਜਿੱਥੇ ਗਿਆਨ ਨਾ ਆਵੇ ਉੱਥੇ ਬੰਦਾ ਚੰਗਾ ਭਲਾ ਵੀ ਹੋਵੇ, ਸਰੀਰ ਕਰਕੇ ਰਿਸ਼ਟ ਪੁਸ਼ਟ ਵੀ ਹੋਵੇ, ਤੇ ਤਾਂ ਵੀ ਉਹਦੇ ਹਾਲਾਤ ਜਿਹੜੇ ਨੇ ਉਹ ਮੰਗਤਿਆਂ ਵਾਂਗ ਬਣੇ ਰਹਿੰਦੇ ਨੇ। ਸਤਿਗੁਰੂ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਬੜਾ ਪਿਆਰਾ ਵਾਕ ਰੱਖਿਆ। ਮਹਾਰਾਜ ਨੇ ਐਸੇ ਲੋਕਾਂ ਦੀ ਇੱਕ ਤਸ਼ਬੀਹ ਦਿੱਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਸੇ ਨੇ ਪੁੱਛਿਆ, ਖੋਤੇ ਦੀ ਪਰਿਭਾਸ਼ਾ ਕੀ ਹੈ? ਅਸਲ ਖੋਤਾ ਕਿਹਨੂੰ ਕਿਹਾ ਜਾਂਦਾ ਹੈ? ਅਸਲ ਗਧਾ ਕਿਹਨੂੰ ਕਿਹਾ ਜਾਂਦਾ ਹੈ? ਵੇਖੋ, ਇੱਕ ਬੰਦੇ ਦੀ ਜਦੋਂ ਆਪਾਂ ਉਹਦੇ ਮਾੜੇ ਨੇਚਰ ਦੀ ਤੁਲਨਾ ਕਰਨਾ ਹੋਵੇ ਤੇ ਆਪਾਂ ਕਹਿੰਦੇ ਬੰਦਾ ਗਧਿਆਂ ਵਰਗਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਗਧੇ ਦਾ ਕੀ ਕਸੂਰ ਹੈ? ਗਧਾ ਤੇ ਕੁਦਰਤ ਵੱਲੋਂ ਹੀ ਇਦਾਂ ਦਾ ਬਣਿਆ ਹੈ। ਉਹ ਤੇ ਭਾਰ ਢੋਂਦਾ ਹੈ, ਠੀਕ ਹੈ, ਉਹਦੀ ਸਾਰੀ ਜ਼ਿੰਦਗੀ ਭਾਰ ਢੋਂਦਿਆਂ ਲੰਘ ਜਾਂਦੀ, ਉਹਨੂੰ ਨਹੀਂ ਫਰਕ ਪੈਂਦਾ। ਉਹਦੀ ਪਿੱਠ ਉੱਤੇ ਲੂਣ ਧਰ ਦਿਓ, ਉਹਦੀ ਪਿੱਠ ਉੱਤੇ ਲੱਕੜ ਧਰ ਦਿਓ, ਉਹਦੀ ਪਿੱਠ ਉੱਤੇ ਚੰਦਨ ਧਰ ਦਿਓ, ਉਹਦੀ ਪਿੱਠ ਉੱਤੇ ਤੁਸੀਂ ਕਿਤਾਬਾਂ ਲੱਦ ਦਿਓ, ਉਹਨੂੰ ਕੀ ਫਰਕ ਪੈਂਦਾ? ਉਹਦਾ ਕੰਮ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਅਸਲੀ ਗਧੇ ਕਿਹੜੇ ਨੇ? ਜਿਨ੍ਹਾਂ ਨੇ ਅਗਿਆਨਤਾ ਦੇ ਨਾਲ ਹਿੱਤ ਕਰਕੇ, ਜਿਨ੍ਹਾਂ ਦੇ ਅੰਦਰ ਹਉਮੈ ਭਰੀ ਗਈ ਹੈ, ਜਿਹੜੇ ਮੂਰਖ ਪੁਣੇ ਉੱਤੇ ਵੀ ਫਖਰ ਕਰਦੇ ਨੇ, ਜਿਨ੍ਹਾਂ ਦੇ ਪੱਲੇ ਕੋਈ ਗੁਣ ਨਹੀਂ ਹੈ, ਕੋਈ ਕਰਤੂਤ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਅਸਲੀ ਗਧੇ ਤੇ ਉਹ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਸ਼ਲੋਕ ਰੱਖਿਆ। ਗੁਰਦੇਵ ਕਹਿੰਦੇ ਨੇ, ਮਨੋ ਜੇ ਅੰਧੇ ਘੂਪ, ਬਹੁਤ ਜ਼ਿਆਦਾ ਮਨ ਕਰਕੇ ਅੰਨੇ। ਮਨੋ ਜੇ ਅੰਧੇ ਘੂਪ, ਕਹਿਆ ਬਿਰਧ ਨਾ ਜਾਣਨੀ। ਮਨ ਅੰਧੇ, ਮਨ ਕਰਕੇ ਅੰਨੇ ਨੇ। ਉਂਦੇ ਕਵਲ, ਪੁੱਠੇ ਕੌਲ। ਕਵਲ ਦਾ ਫੁੱਲ ਖਿੜਿਆ ਹੋਵੇ ਸਿੱਧਾ ਸੋਹਣਾ ਲੱਗਦਾ, ਕਹਿੰਦੇ ਇਹ ਪੁੱਠੇ ਨੇ, ਉਲਟੇ ਨੇ। ਮਨੋ ਜੇ ਅੰਧੇ ਘੂਪ, ਕਹਿਆ ਬਿਰਧ ਨਾ ਜਾਣਨੀ। ਮਨ ਅੰਧੇ, ਮਨ ਕਰਕੇ ਅੰਨੇ। ਉਂਦੇ ਕਵਲ, ਅਗਲਾ ਵਾਕ ਰੱਖਿਆ, ਦਿਸਨ ਖਰੇ ਕਰੂਪ। ਇਹ ਮਨ ਕਰਕੇ ਅੰਨੇ ਨੇ, ਪੁੱਠੇ ਕੌਲ ਦੇ ਫੁੱਲ ਵਰਗੇ ਨੇ, ਤੇ ਦਿਸਦੇ ਕਿਵੇਂ ਨੇ? ਕਰੂਪ। ਦਿਸਨ ਖਰੇ ਕਰੂਪ। ਇੱਕ ਕਹਿ ਜਾਣਨ, ਇੱਕ ਤੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਕਹੀਏ ਤੇ ਉਹ ਜਾਣ ਲੈਣ, ਉਹ ਸਮਝ ਰੱਖ ਲੈਣ। ਇੱਕ ਕਹਿ ਜਾਣਨ, ਕਹਿਆ ਬੁੱਝਣ, ਤੇ ਨਾਰ ਸੁਘੜ ਸਰੂਪ। ਜਿਹੜੇ ਕਹੇ ਹੋਏ ਨੂੰ ਜਾਣਦੇ ਨੇ, ਜਿਹੜੇ ਆਖੇ ਹੋਏ ਨੂੰ ਬੁੱਝਦੇ ਨੇ। ਮਹਾਰਾਜ ਕਹਿੰਦੇ ਉਹ ਵਿਅਕਤੀ ਸੁਘੜ ਨੇ, ਸੋਹਣੀ ਘਾੜਤ ਵਾਲੇ ਨੇ, ਉਹ ਸਰੂਪ ਨੇ। ਤੇ ਇੱਕ ਉਹ ਨੇ, ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇੱਕ ਨਾ ਨੂੰ ਕੋਈ ਵੀ ਜੀਵਨ ਦੀ ਸੋਝੀ ਨਹੀਂ, ਨਾ ਨਾਦ ਬੇਦ ਗੀ ਰਸ, ਜ਼ਿੰਦਗੀ ਦੇ ਮਾਰਗ ਦਾ ਪਤਾ ਹੀ ਕੁਝ ਨਹੀਂ ਹੈ। ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ। ਉਹਨਾਂ ਨੂੰ ਕੋਈ ਸਿੱਧੀ ਨਹੀਂ, ਕੋਈ ਬੁੱਧ ਨਹੀਂ, ਨਾ ਅਕਲ ਹੈ, ਕੁਝ ਵੀ ਉਹਨਾਂ ਦੇ ਪੱਲੇ ਉਹ ਕਹਿ ਲਓ ਸੌਖੇ ਸ਼ਬਦਾਂ ਵਿੱਚ ਕਰਤੂਤ ਨਹੀਂ ਹੈ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ। ਗੁਰਦੇਵ ਨੇ ਆਖਿਆ, ਅੱਖਰ ਕਾ ਭਿਓ ਨਾ ਲਹੰਤ। ਇੱਕ ਅੱਖਰ ਦਾ ਵੀ ਭੇਦ ਨਹੀਂ ਪਤਾ। ਅੱਖਰ ਕਾ ਭਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ। ਜੇ ਬਿਨ ਗੁਣ ਗਰਭ ਕਰੰਤ। ਸਤਿਗੁਰੂ ਕਹਿੰਦੇ ਨੇ ਉਹ ਨੇ ਅਸਲੀ ਗਧੇ, ਜਿਹੜੇ ਗੁਣਾਂ ਤੋਂ ਬਿਨਾਂ ਹੀ ਹੰਕਾਰ ਵਿੱਚ ਰਹਿੰਦੇ ਨੇ। ਭਗਤ ਰਵਿਦਾਸ ਸਾਹਿਬ ਨੇ ਜਿਹੜਾ ਅੱਜ ਵਾਕ ਰੱਖਿਆ ਹੈ ਨਾ, ਉਹ ਕਹਿੰਦੇ ਨੇ ਮਨੁੱਖ ਨੇ ਅਵਿਦਿਆ ਦੇ ਨਾਲ, ਅਗਿਆਨਤਾ ਦੇ ਨਾਲ ਹਿੱਤ ਕਰ ਲਿਆ। ਵੇਖੋ, ਸਤਿਗੁਰੂ ਦੀ ਬਾਣੀ ਨੇ ਇਹ ਨਤਾਰਾ ਕੀਤਾ ਹੈ, ਜਿਸ ਮਨੁੱਖ ਕੋਲ ਗਿਆਨ ਨਹੀਂ ਨਾ, ਉਹਦੇ ਕੋਲ ਧਰਮ ਵੀ ਨਹੀਂ ਆ ਸਕਦਾ। ਅਸੀਂ ਧਰਮ ਦੀ ਪ੍ਰਾਪਤੀ ਚਾਹੁੰਦੇ ਹਾਂ ਅਗਿਆਨਤਾ ਵਿੱਚ ਫਸ ਕੇ। ਸਾਨੂੰ ਇਦਾਂ ਲੱਗਦਾ ਹੈ ਕਈ ਵਾਰ ਵੀ ਗਿਆਨ ਹਾਸਲ ਕਰਨ ਦੀ ਲੋੜ ਨਹੀਂ, ਕੋਈ ਸਮਝ ਦੀ ਲੋੜ ਨਹੀਂ ਹੈ, ਬਸ ਕੁਝ ਕਰਮਕਾਂਡ ਨਿਭਾ ਲਿਓ, ਕੁਝ ਪਖੰਡ ਕਰ ਲਓ, ਇਹਦੇ ਨਾਲ ਹੀ ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਹੀਂ, ਵੇਖੋ ਕਬੀਰ ਸਾਹਿਬ ਨੇ ਆਖਿਆ, ਕਬੀਰ ਜਹਾਂ ਗਿਆਨ, ਅਗਲਾ ਵਾਕਿਆ ਕਹਿੰਦੇ ਤਾਂ ਧਰਮ ਹੈ। ਜਿੱਥੇ ਗਿਆਨ ਹੈ ਉੱਥੇ ਧਰਮ ਹੋਵੇਗਾ, ਜਿੱਥੇ ਗਿਆਨ ਨਹੀਂ ਹੈ, ਜਿੱਥੇ ਸਮਝ ਨਹੀਂ ਹੈ, ਉੱਥੇ ਅਗਿਆਨਤਾ ਤੇ ਹੋ ਸਕਦੀ ਹੈ, ਉੱਥੇ ਧਰਮ ਨਹੀਂ ਹੋ ਸਕਦਾ। ਹੁਣ ਕਿਸੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦਾ ਬਿਲਕੁਲ ਵੀ ਨਾ ਪਤਾ ਹੋਵੇ, ਜਿਹੜੇ ਮਾਰਗ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਾਂ ਲਾਇਆ, ਗੁਰੂ ਸਾਹਿਬ ਨੇ ਸਮਾਂ ਲਾਇਆ 239 ਸਾਲ ਦੇ ਕਰੀਬ ਦਾ, ਜੇ ਉਸ ਚੀਜ਼ ਬਾਰੇ ਪਤਾ ਵੀ ਬਿਲਕੁਲ ਨਾ ਹੋਵੇ ਤੇ ਬੰਦਾ ਆਖੇ ਮੈਂ ਫਿਰ ਵੀ ਧਰਮੀ ਬਣ ਜਾਵਾਂਗਾ, ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਤੇਰਾ ਧਰਮ ਇੱਕ ਪਖੰਡ ਤੇ ਹੋ ਸਕਦਾ ਜਿਹੜਾ ਤੂੰ ਆਪਣੇ ਮਨ ਦੀ ਤਸੱਲੀ ਲਈ ਨਿਭਾ ਰਿਹਾ ਹੈ। ਪਰ ਜੇ ਗਿਆਨ ਨਹੀਂ ਹੈ ਤੇ ਖਿਆਲ ਕਰ ਲਾ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਹਾਂ ਗਿਆਨ ਤਾਂ ਧਰਮ ਹੈ। ਜਿੱਥੇ ਗਿਆਨ ਹੈ ਉੱਥੇ ਹੀ ਧਰਮ ਆ ਸਕਦਾ ਹੈ,
जिथे ज्ञान नहीं है उत्थे धर्म नहीं है। वैसे ज्ञान तो एक गल मैनूं याद आ गई, किड्डा दुखांत है साडे समाज का। तुसीं भी बहुत बार वेखिया होवेगा, मैं पिछले दिनी इत्थे अपने लागे लाल चौक गया, उत्थे किताबां वेचण वाले जिहड़े सी ना, वो बिल्कुल सड़क के कंढे उत्ते किताबां रख के बैठे हुए सी। ज्ञान दिंदियां ने ना किताबां, किताबां दा मंतव ये हुंदा है, परपज़ ये हुंदा है, वो सानूं समझ दिंदियां ने। पर दूजे पासे तुसीं किसी जुत्तियां वाली दुकान ते चले जाओ तो जिन्नी शंगार के जुत्ती लाई हुंदी है उन्नी शंगार के कदी किताब नहीं लाई हुंदी। जिन्नी शंगार के कपड़े नूं लाया हुंदा है उन्नी शंगार के कदी किताब तुहानूं लाई नहीं मिलेगी। जिन्ने सानू समझ देनी है, जिस ज्ञान ने साडा पार उतारा करना है, उस ज्ञान की संसार ने किन्नी कदर की, उन्होंने सड़क ते लियाण के सुट दिता। ते जिहदा संबंध साडे सिर्फ शरीर नाल है, बंदे ने जुत्ती पाउणी है, ठीक है, कोई माड़ी पा लैंदा है, जिन्हों असीं शब्दां विच माड़ी कह दिंदे आ, थोड़ी बहुती कोई वधिया कह दिंदे आ। कपड़ा पाउणा है तन कज्जण दे लई। तुसीं कदी उन्हां दुकानां ते जाओ, किदां शीशे दा उत्थे वर्क होया है, किदां उत्थे ऐ चहल पहल है। खाण पीण वालियां दुकानां ते चलिया जाओ, किन्नी चहल पहल है। ते साडा दुखांत ये है कि अज साडे घरां विच, साडे परिवारां विच भी, खिमा करियो, सानू जुत्तियां दी ते बहुती वार सार हुंदी है, कपड़ियां दी ते सार हुंदी है, पर किसी समझ की प्राप्ति लई ज्ञान दीयां किताबां भी साडे घरे नहीं लभदियां। बंदा जे किते बाणी की पोथी भी गुस्ताखी माफ घरे पई होवे ना, कई बार कहिंदा संभाली नहीं जाती, गुरुद्वारे छड्ड आओ जाके। कोई किताब पई होवे, बंदा कहंदा संभाली नहीं जाती, गुरुद्वारे गुरु घर पहुँचा दिओ। रद्दी दे विच कई वेचदे ने। इस करके ज्ञान होना बड़ी, जदों अंग्रेज़ां दा राज होया ना भारत दे उत्ते, पंजाब दे उत्ते भी उन्हां दा राज होया थोड़े समय बाद, साडे इतिहास विच लिखिया मिलदा है भी 2 हुकम उन्होंने कढ़े, गोरियां ने 2 हुकम कढ़े। पहला हुकम यह सी भी जिहदे कोल कोई पुराना हथियार पिया वो जमा कराओ, उन्होंने मिलणगे 2 रुपये। उन्हां समयां विच 2 रुपये बड़ी वड्डी चीज़ है। किसी के घर विच कोई तलवार पई है, कोई नेजा पिया, कोई, क्योंकि सिख कौम मार्शल कौम सी, इन्हां दा अपना राज सी पंजाब की धरती उत्ते, जिहदियां हद्दां आपां लेह लद्दाख ताईं गल करदे आ, कश्मीर उन्हां दे अंडर सी। उन्होंने एक ऑर्डर कढ़िया, कहण लगे भी जिहदे घर विच कोई हथियार पिया है ना, जे वो कोई जमा करा देवेगा तो उन्होंने 2 रुपये मिलणगे। एक आर्डर उन्होंने होर कढ़िया, कहण लगे जिहदे घरे कोई बाणी की पोथी पई है, जिहदे घरे कोई पुराना साहित्य पिया, किताब पिया, जे कोई वो जमा करावेगा तो उन्होंने 5 रुपये मिलणगे। इहदा अर्थ की है? हथियारां दे नालों किताबां दी ताकत ज़्यादा हुंदी है। हथियारां दे नालों ज्ञान की ताकत ज़्यादा है, कलम की ताकत ज़्यादा है। ठीक है, हथियार तो मुनकर नहीं होया जा सकता। देखो असी खुद अमरधारी, असी सानू गुरु ने हुक्म दिता है तुसीं 5 शास्त्रां दे 5 ककारां दे धारनी बनना है। गुरु नानक साहब महाराज ने सारी जिंदगी शब्द द्वारा प्रचार किया है। किसी ने पूछया, कह लगे जे बंदा शब्द द्वारा प्रभावित हुंदा है फिर हथियार क्यों रखिया? हथियार सिर्फ इस करके रखिया है कि जेड़े शब्द द्वारा मैं तुहानू कायल करना है, उस शब्द की पोथी नूं कोई चौके ना लै चले, उहदी रखिया दे लई हथियार पाया है। अदरवाइज हथियार अपने आप विच कोई वड्डी चीज़ नहीं है। मैं जिहड़ी बिने तुहाडे चरनां विच कर रहा सी, उन्होंने आख्या जिहदे कोल कोई पोथी है, जिहदे कोल, सानू ते साहित्य कई बार संभालना नहीं आउंदा, असी ज्ञान चाहुंदे नहीं, असी कहने नहीं एक काम खत्म कर दिओ, इन्हां चीज़ां तो पासे हो जिओ। गुरुद्वारे आण के भी असी बहुती बार इदां जाने आ भी मत्था टेकीए, प्रचार परिक्रमा करिए, घरे मुड़ जाइए, तो जे कोई ज्ञान वाली गल चलदी होवे असी बहुती वार अबल तो सुनना ही नहीं चाहुंदे। बहुती वार असी कहने छड्डो परां, ये तो गल्लां चलदियां रहिंदियां ने। क्योंकि साडे धर्म की सानू जिहड़ी प्राप्ति ना वो इत्थे की हो रही है, साडे मन नूं तसल्ली इत्थे की मिल रही भी परिक्रमा कर लईआं, मत्था टेक लिया, देग लै लई, जान लगे कड़ाह प्रसाद की गल नहीं बड़ी खत्म हो गया, अपना परपज़ पूरा हो गया गुरुद्वारे आउण दा। हुण तुसीं अंदाजा ला के वेखो भी वो कह रहे जिन्हें हथियार जमा कराउणा उन्होंने 2 रुपये मिलणगे, जिन्हें किताब पुस्तक कोई जमा कराउणी उन्होंने 5 मिलणगे। यह ज्ञान की महानता, ज्ञान की जिहड़ी है वो समझ किड्डी जरूरी है।
ਤੇ ਜਿਹੜੀ ਕੌਮ ਅਗਿਆਨਤਾ ਵਿੱਚ ਰਹਿ ਜਾਵੇ ਉਹ ਕੌਮਾਂ ਤਬਾਹ ਹੋ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਕੋਈ ਇਹਦੇ ਬੋਧੀ ਸਾਧੂ ਸੀ, ਮੈਂ ਇੱਕ ਗਾਥਾ ਪੜ੍ਹ ਰਿਹਾ ਸੀ ਤੇ ਉਹਨਾਂ ਦੇ ਮੱਠ ਨੂੰ ਅੱਗ ਲੱਗ ਗਈ। ਕਸ਼ਤੀ ਵਿੱਚ ਉਹਨੇ ਕਿਤਾਬਾਂ ਨੂੰ ਸੰਭਾਲਿਆ। ਬੋਧੀਆਂ ਦੇ ਮੱਠ ਹੁੰਦੇ ਨੇ, ਜਿਵੇਂ ਆਪਣੇ ਗੁਰਦੁਆਰੇ ਨੇ, ਹਿੰਦੂ ਵੀਰਾਂ ਦੇ ਮੰਦਿਰ ਨੇ, ਉਹਨਾਂ ਨੇ ਕਿਤਾਬਾਂ ਬੇੜੀ ਦੇ ਵਿੱਚ ਲੱਦ ਲਈਆਂ, ਆਪ ਵੀ ਬਹਿ ਗਏ ਤੇ ਮਲਾਹ ਬੇੜੀ ਨੂੰ ਲੈ ਕੇ ਜਾ ਰਿਹਾ ਤੇ ਤੂਫਾਨ ਆ ਗਿਆ। ਉਹਨੇ ਆਖਿਆ ਜੀ ਇਹ ਬੇੜੀ ਜਿਹੜੀ ਹੈ ਇਹਦੇ ਵਿੱਚ ਵਜ਼ਨ ਜ਼ਿਆਦਾ ਹੋ ਗਿਆ, ਇਸ ਕਰਕੇ ਸਾਡੇ ਕੋਲ ਇੱਕੋ ਹੀ ਰਾਹ ਹੈ ਵੀ ਆਪਾਂ ਇਹਨਾਂ ਕਿਤਾਬਾਂ ਨੂੰ ਦਰਿਆ ਦੇ ਵਿੱਚ, ਸਮੁੰਦਰ ਵਿੱਚ ਸੁੱਟ ਦਈਏ ਤਾਂ ਆਪਾਂ ਪਾਰ ਲੰਘ ਸਕਦੇ ਹਾਂ। ਉਹ ਕਹਿਣ ਲੱਗਾ ਨਹੀਂ ਇੱਦਾਂ ਨਹੀਂ ਹੋ ਸਕਦਾ। ਕਹਿਣ ਲੱਗਾ ਫਿਰ ਵਜ਼ਨ ਜ਼ਿਆਦਾ ਹੈ, ਕੁਝ ਤੇ ਕਰਨਾ ਪਵੇਗਾ। ਕਹਿਣ ਲੱਗਾ ਮੈਂ ਦਰਿਆ ਵਿੱਚ ਛਾਲ ਮਾਰ ਦੇਵਾਂਗਾ, ਮੈਂ ਸਮੁੰਦਰ ਵਿੱਚ ਛਾਲ ਮਾਰ ਦੇਵਾਂਗਾ, ਪਰ ਇਹ ਕਿਤਾਬਾਂ ਸਾਡੇ ਲੋਕਾਂ ਕੋਲ ਪਹੁੰਚਣੀਆਂ ਚਾਹੀਦੀਆਂ ਨੇ। ਹੁਣ ਕਹਿਣ ਦਾ ਮਤਲਬ ਕੀ ਹੈ ਵੀ ਗਿਆਨ ਦੀ ਆਪਣੇ ਆਪ ਵਿੱਚ ਏਡੀ ਮਹਾਨਤਾ ਹੈ, ਗਿਆਨ ਤੋਂ ਬਿਨਾਂ ਬੰਦੇ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚੋਂ ਗਿਆਨ ਨਿਕਲ ਜਾਵੇ ਉਹ ਸਦੀਵ ਦੁਖੀ ਰਹਿੰਦਾ ਹੈ। ਜਿਹਨੂੰ ਸਮਝ ਆ ਜਾਂਦੀ ਹੈ, ਜੀਵਨ ਦੀ ਸੋਝੀ ਮਾਰਗ ਪਤਾ ਚੱਲ ਜਾਂਦਾ ਹੈ। ਸਤਿਗੁਰੂ ਨੇ ਕਿਹਾ ਜਹ ਗਿਆਨ ਪ੍ਰਕਾਸ਼ ਅਗਿਆਨ ਮਿਟੰਤ, ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਗਿਆਨ ਮਿਟ ਜਾਂਦਾ ਹੈ, ਉੱਥੇ ਜੀਵਨ ਦਾ ਰਾਹ ਮਿਲ ਜਾਂਦਾ ਹੈ। ਬੰਦਾ ਦੁੱਖਾਂ ਤੋਂ ਉੱਪਰ ਉੱਠ ਜਾਂਦਾ ਹੈ, ਬੰਦੇ ਦੀਆਂ ਪਰੇਸ਼ਾਨੀਆਂ ਤੇ ਤਕਲੀਫਾਂ ਦਾ ਹੱਲ ਹੋ ਜਾਂਦਾ ਹੈ। ਤੁਸੀਂ ਇੱਕ ਉਦਾਹਰਨ ਮੈਂ ਹੋਰ ਦੇ ਕੇ ਸ਼ਬਦ ਦੀ ਵਿਚਾਰ ਵਾਲੇ ਬੰਨੇ ਆਵਾਂ। ਆਪਾਂ ਕਿਤੇ ਜਾਣਾ ਹੋਵੇ, ਤੁਸੀਂ ਵੇਖੋ ਜਿਸ ਬੰਦੇ ਨੂੰ ਪੜ੍ਹਨਾ ਨਾ ਆਉਂਦਾ ਹੋਵੇ ਦੁਨਿਆਵੀ ਤੌਰ ਤੇ ਵੀ, ਉਹਨੂੰ ਇੱਥੋਂ ਜੰਮੂ ਤੱਕ ਦਾ ਸਫ਼ਰ ਵੀ ਮੁਸ਼ਕਲ ਲੱਗਦਾ। ਬੱਸ 'ਚ ਚੜ੍ਹਨਾ ਹੋਵੇ ਨਾ, ਕਈ ਵਾਰ ਪੁੱਛਣਾ ਪੈਂਦਾ ਕਿ ਕਿੱਧਰ ਨੂੰ ਜਾਈਏ। ਹਾਲਾਂਕਿ ਕਈ ਵਾਰ ਅੱਗੇ ਲਿਖਿਆ ਹੁੰਦਾ ਹੈ ਵੀ ਇਹ ਬੱਸ ਜੰਮੂ ਨੂੰ ਜਾਣੀ ਹੈ, ਸਾਹਮਣੇ ਲਿਖਿਆ ਵੀ ਹੁੰਦਾ ਹੈ, ਪਰ ਫਿਰ ਵੀ ਬੰਦਾ ਵਿੱਚ ਬਹਿ ਕੇ ਵੀ ਉਹਨੂੰ ਆਪਣੇ ਆਪ ਉੱਤੇ ਕੌਨਫੀਡੈਂਸ ਨਹੀਂ ਹੁੰਦਾ, ਫਿਰ ਨਾਲ ਦੇ ਨੂੰ ਪੁੱਛਦਾ ਕਿ ਇਹ ਬੱਸ ਜੰਮੂ ਹੀ ਜਾਵੇਗੀ। ਪਰ ਜਿਹਦੇ ਕੋਲ ਗਿਆਨ ਹੋਵੇ, ਜਿਹਦੇ ਕੋਲ ਸਮਝ ਆ ਜਾਵੇ, ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਉਹ ਤਾਂ ਕਈ ਵਾਰ ਬਿਨਾਂ ਪੁੱਛੇ ਹੀ ਤੁਰ ਜਾਂਦਾ। ਇਸ ਕਰਕੇ ਭਗਤ ਰਵਿਦਾਸ ਕਹਿੰਦੇ ਨੇ ਇੱਥੇ ਬੰਦੇ ਨੇ ਆਪਣੀ ਅਗਿਆਨਤਾ ਦੇ ਨਾਲ ਹਿੱਤ ਕਰਕੇ, ਅਗਿਆਨਤਾ ਨਾਲ ਮੋਹ ਕਰਕੇ, ਆਪਣੀ ਮੂਰਖਤਾ ਨਾਲ ਮੋਹ ਕਰਕੇ ਆਪਣੇ ਵਿਵੇਕ ਦੇ ਦੀਪਕ ਨੂੰ ਮਲੀਨ ਕਰ ਲਿਆ। ਹੁਣ ਦਿਸਦਾ ਨਹੀਂ ਹੈ। ਤੇ ਉਦਾਹਰਨ ਵੇਖੋ ਕੀ ਦਿੱਤੀ, ਮਾਧੂ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਪਹਿਲਾ ਬੰਦ ਰੱਖਿਆ, ਕਹਿਣ ਲੱਗੇ ਮ੍ਰਿਗ ਮੀਨ। ਮ੍ਰਿਗ ਕਹਿੰਦੇ ਨੇ ਹਿਰਨ ਨੂੰ, ਮੀਨ ਕਹਿੰਦੇ ਨੇ ਮੱਛੀ ਨੂੰ, ਭਰਿੰਗ ਕਹਿੰਦੇ ਨੇ ਭੌਰੇ ਨੂੰ, ਪਤੰਗ, ਪਤੰਗਾ ਜਿਹੜਾ ਲਾਈਟ ਦੇ ਆਲੇ ਦੁਆਲੇ ਘੁੰਮਦਾ, ਸ਼ਮਾ ਦੇ ਆਲੇ ਦੁਆਲੇ ਘੁੰਮਦਾ। ਤੇ ਅਗਲੇ ਜਾਨਵਰ ਦੀ ਉਦਾਹਰਨ ਦਿੱਤੀ ਕੁੰਚਰ। ਕੁੰਚਰ ਕਹਿੰਦੇ ਨੇ ਹਾਥੀ ਨੂੰ। ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਵੀ ਇਹ ਜਿਹੜੇ ਜੀਵ ਨੇ ਨਾ, ਮ੍ਰਿਗ, ਮੀਨ, ਭਰਿੰਗ, ਪਤੰਗ ਤੇ ਕੁੰਚਰ, ਇਹ 5 ਜੀਵਾਂ ਦੇ ਨਾਂ ਉਹਨਾਂ ਨੇ ਲੈ। ਕਹਿੰਦੇ ਇਹਨਾਂ ਨੂੰ ਇੱਕ ਦੁੱਖ ਸੀ ਤੇ ਇਸ ਇੱਕ ਦੁੱਖ ਦਾ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਤਬਾਹ ਕਰ ਲਿਆ। ਜੇ ਤੇ ਸਮਝ ਹੁੰਦੀ ਤੇ ਬਚ ਜਾਂਦੇ, ਪਰ ਇੱਕ ਦੁੱਖ ਕਰਕੇ ਇਹ 5 ਜੀਵ ਜਿਹੜੇ ਨੇ ਆਪਣੇ ਆਪ ਨੂੰ ਬਰਬਾਦ ਕਰ ਲੈਂਦੇ ਨੇ। ਮ੍ਰਿਗ ਨੂੰ ਕਿਹੜਾ ਰੋਗ ਹੈ? ਜਦੋਂ ਤੁਸੀਂ ਸਤਿਗੁਰੂ ਦੀ ਬਾਣੀ ਪੜ੍ਹੋਗੇ, ਮਹਾਰਾਜ ਨੇ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਮ੍ਰਿਗ ਜਿਹੜਾ ਹੈ ਨਾ, ਉਹਨੂੰ ਕੰਨਾਂ ਦਾ ਰੋਗ ਹੈ। ਇੱਕ ਨਾਦ ਹੈ ਜਿਹੜਾ ਸ਼ਿਕਾਰੀ ਵਜਾਉਂਦਾ, ਜਿਹਨੂੰ ਕਹਿੰਦੇ ਨੇ ਕੰਡਾ ਏੜਾ। ਜਦੋਂ ਨਾਦ ਵੱਜਦਾ ਨਾ ਤੇ ਜਿੱਧਰੋਂ ਆਵਾਜ਼ ਆਉਂਦੀ ਉਹਦੇ ਕੰਨਾਂ ਵਿੱਚ ਪੈਂਦੀ, ਉਧਰ ਨੂੰ ਹਿਰਨ ਭੱਜਦਾ। ਵੈਸੇ ਹਿਰਨ ਦਾ ਸ਼ਿਕਾਰ ਕਰਨਾ ਬਹੁਤ ਔਖੀ ਖੇਡ ਹੈ, ਪਰ ਕਿਉਂਕਿ ਉਹਦੇ ਕੰਨ ਦਾ ਉਹਨੂੰ ਰਸ ਪਿਆ ਹੋਇਆ, ਕੰਨਾਂ ਦਾ ਚਸਕਾ ਹੈ ਉਹਨੂੰ, ਜਿੱਧਰੋਂ ਆਵਾਜ਼ ਆਈ ਉਧਰ ਨੂੰ ਭੱਜਾ। ਤੇ ਉਹ ਸ਼ਿਕਾਰੀ ਨਾਦ ਵਜਾ ਰਿਹਾ ਸੀ, ਉਧਰ ਨੂੰ ਗਿਆ ਤੇ ਸ਼ਿਕਾਰੀ ਨੇ ਤੀਰ ਮਾਰ ਕੇ ਫੁੰਡ ਦਿੱਤਾ, ਮਰ ਗਿਆ। ਇੱਕੋ ਹੀ ਦੁੱਖ ਹੈ ਨਾ ਉਹਨੂੰ। ਜੇ ਕਿਤੇ ਕੰਨ ਦਾ ਰੋਗ ਨਾ ਹੁੰਦਾ ਉਹਨੂੰ, ਦੁਨੀਆ ਦੀ ਕੋਈ ਤਾਕਤ ਹਿਰਨ ਨੂੰ ਮਾਰ ਨਹੀਂ ਸੀ ਸਕਦੀ, ਸ਼ਿਕਾਰੀ ਨਹੀਂ ਸੀ ਮਾਰ ਸਕਦਾ। ਅਗਲੀ ਉਦਾਹਰਨ ਵੇਖੋ ਕੀ ਦਿੱਤੀ, ਕਹਿਣ ਲੱਗੇ ਮੀਨ। ਮੀਨ ਕਹਿੰਦੇ ਨੇ ਮੱਛੀ ਨੂੰ। ਮੱਛੀ ਨੂੰ ਕਾਹਦਾ ਰੋਗ ਹੈ? ਮੱਛੀ ਨੂੰ ਜ਼ੁਬਾਨ ਦਾ ਰੋਗ ਹੈ, ਚਸਕੇ ਦਾ ਰੋਗ ਹੈ। ਕਿਸੇ ਨੇ ਕੁੰਡੀ ਦੇ ਅੱਗੇ ਮਾਸ ਦਾ ਟੁਕੜਾ ਲਾਇਆ, ਰੋਟੀ ਲਾਈ, ਉਹਨੂੰ ਪਾਣੀ ਦੇ ਵਿੱਚ ਪਾਇਆ, ਉਹ ਖਾਣ ਆਈ ਤੇ ਮੂੰਹ ਵਿੱਚ ਕੁੰਡੀ ਫਸ ਗਈ, ਜ਼ੁਬਾਨ ਦਾ ਰੋਗ ਲੈ ਕੇ ਬਹਿ ਗਿਆ। ਅਗਲੀ ਉਦਾਹਰਨ ਵੇਖੋ ਦਿੱਤੀ, ਕਹਿਣ ਲੱਗੇ ਭਰਿੰਗ, ਭੌਰੇ ਨੂੰ। ਭੌਰੇ ਨੂੰ ਸੁੰਘਣ ਦਾ ਰੋਗ ਹੈ, ਰਸ ਦਾ। ਉਹ ਜਾ ਕੇ ਫੁੱਲ ਉੱਤੇ ਬੈਠਾ,
ਸੁਗੰਧੀ ਲੈ ਰਿਹਾ ਸੀ, ਇੰਨਾ ਕੁ ਮਗਨ ਹੋ ਗਿਆ ਸੁੰਘਦਾ ਫੁੱਲ ਬੰਦ ਹੋ ਗਿਆ, ਵਿੱਚ ਹੀ ਮਰ ਗਿਆ। ਅਗਲੀ ਉਦਾਹਰਨ ਦਿੱਤੀ ਪਤੰਗ। ਪਤੰਗ ਨੂੰ ਕਾਹਦਾ ਰੋਗ ਹੈ? ਪਤੰਗੇ ਨੇ ਚਾਨਣ ਵੇਖਿਆ, ਉਧਰ ਨੂੰ ਗਿਆ, ਇੰਨਾ ਕੁ ਮੋਹ ਕੀਤਾ ਉਸ ਦੀਵੇ ਦੇ ਨਾਲ, ਉਸ ਦੀਵੇ ਨੇ ਉਹਨੂੰ ਸਾੜ ਕੇ ਸਵਾਹ ਕਰ ਦਿੱਤਾ। ਤੇ ਅਗਲੀ ਉਦਾਹਰਨ ਦਿੱਤੀ ਕੁੰਚਰ। ਕੁੰਚਰ ਕਹਿੰਦੇ ਨੇ ਹਾਥੀ ਨੂੰ ਕਾਮ ਦਾ ਰੋਗ ਹੈ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸਵਾਏ ਗੱਜ ਬਸ ਪਰਿਓ ਮਨ ਬੌਰਾ ਰੇ, ਅੰਕਸ਼ ਸਹਿਓ ਸੀਸ। ਕਾਮ ਦੇ ਰੋਗ ਕਰਕੇ ਏਡਾ ਵੱਡਾ ਹਾਥੀ ਕਾਬੂ ਕਰ ਲਿਆ ਗਿਆ। ਉਹਦੀ ਪਿੱਠ ਉੱਤੇ ਇੱਕ ਮਰਿਆ ਜਿਹਾ ਮਹਾਵਤ ਬੈਠਾ ਏ, ਜਿਹਦੇ ਇਸ਼ਾਰਿਆਂ ਤੇ ਹਾਥੀ ਨੱਚ ਰਿਹਾ। ਕੁੰਡਾ ਮਾਰਦਾ ਏ ਤੇ ਬਹਿ ਜਾਂਦਾ ਏ, ਕੁੰਡਾ ਮਾਰਦਾ ਏ ਤੇ ਉੱਠ ਜਾਂਦਾ। ਇੱਕ ਰੋਗ, ਇਹਨਾਂ ਸਾਰੇ ਜੀਵਾਂ ਨੂੰ ਇੱਕ ਰੋਗ ਹੈ। ਤੇ ਇਸੇ ਅਗਿਆਨਤਾ ਵਿੱਚ, ਅੱਛਾ ਫਿਰ ਹੋਰ ਵੇਖੋ, ਕਈ ਵਾਰ ਇਦਾਂ ਹੁੰਦਾ, ਇਹਨਾਂ ਨੂੰ ਸਤਿਗੁਰ ਨੇ ਅਗਿਆਨੀ ਕਿਉਂ ਆਖਿਆ ਹੈ? ਹੁਣ ਇੱਕ ਪਤੰਗਾ ਜਦੋਂ ਲਾਈਟ ਤੇ ਸੜਿਆ ਤੇ ਮਗਰ ਵਾਲੇ ਪਤੰਗਿਆਂ ਨੇ ਕੋਈ ਸਿੱਖਿਆ ਉਹਦੇ ਤੋਂ ਨਹੀਂ ਲਈ। ਇਦਾਂ ਹੀ ਹੈ ਨਾ ਜੀ। ਇੱਕ ਹਾਥੀ ਜਦੋਂ ਕਾਮ ਦਾ ਵਿੱਚ ਗਰਸ ਕੇ ਉਹਨੇ ਆਪਣੇ ਆਪ ਨੂੰ ਤਬਾਹ ਕੀਤਾ ਤੇ ਬਾਕੀ ਹਾਥੀਆਂ ਦੀ ਕੁੱਲ ਨੇ ਸਿੱਖਿਆ ਨਹੀਂ ਲਈ। ਇੱਕ ਭੌਰੇ ਨੇ ਜਦੋਂ ਫੁੱਲ ਉੱਤੇ ਬੈਠ ਕੇ ਆਪਣੇ ਆਪ ਨੂੰ ਤਬਾਹ ਕੀਤਾ ਤੇ ਬਾਕੀ ਭੌਰਿਆਂ ਨੇ ਸਿੱਖਿਆ ਨਹੀਂ ਲਈ। ਇਸੇ ਤਰੀਕੇ ਇੱਕ ਹਿਰਨ, ਇੱਕ ਮੱਛੀ ਨੇ ਜਦੋਂ ਦਰਿਆ ਵਿੱਚ ਕੁੰਡੀ ਦੇ ਵਿੱਚ ਮੂੰਹ ਫਸਾ ਕੇ ਆਪਣੇ ਆਪ ਨੂੰ ਬਰਬਾਦ ਕੀਤਾ, ਬਾਕੀ ਦੀਆਂ ਮੱਛੀਆਂ ਨੇ ਸਿੱਖਿਆ ਨਹੀਂ ਲਈ। ਇਹਨੂੰ ਅਗਿਆਨਤਾ ਕਹਿੰਦੇ ਨੇ। ਹੁਣ ਸਤਿਗੁਰੂ ਕਹਿੰਦੇ ਨੇ ਹੈਰਾਨੀ ਤੇ ਮੈਨੂੰ ਇਸ ਗੱਲ ਦੀ ਹੈ ਕਿ ਇਹਨਾਂ ਪੰਜਾਂ ਜੀਵਾਂ ਨੂੰ ਇੱਕ ਇੱਕ ਰੋਗ ਸੀ, ਜਿਹਦਾ ਕਰਕੇ ਤਬਾਹ ਹੋ ਗਏ। ਬੰਦਿਆ ਤੈਨੂੰ ਤੇ ਪੰਜੇ ਹੀ ਲੱਗੇ ਨੇ, ਤੇਰਾ ਕੀ ਬਣੇਗਾ? ਤੈਨੂੰ ਜ਼ਬਾਨ ਦਾ ਚਸਕਾ ਵੀ ਹੈ, ਤੈਨੂੰ ਕੰਨਾਂ ਦਾ ਰੋਗ ਵੀ ਹੈ, ਤੈਨੂੰ ਸੁੰਘਣ ਦਾ ਰੋਗ ਵੀ ਹੈ, ਤੈਨੂੰ ਮੋਹ ਦਾ ਰੋਗ ਵੀ ਹੈ, ਤੈਨੂੰ ਬੁਰਾ ਵੇਖਣ ਦਾ ਰੋਗ ਵੀ ਹੈ, ਤੈਨੂੰ ਤੇ ਪਤਾ ਨਹੀਂ ਕਿੰਨੇ ਕੁ ਰੋਗ ਨੇ, ਤੇਰਾ ਕੀ ਬਣੇਗਾ? ਇੱਕ ਰੋਗ ਨੇ ਹਿਰਨ ਨੂੰ ਖਤਮ ਕਰ ਦਿੱਤਾ, ਇੱਕ ਰੋਗ ਨੇ ਮੱਛੀ ਨੂੰ ਖਤਮ ਕਰ ਦਿੱਤਾ। ਸਤਿਗੁਰ ਨੇ ਵਾਕ ਰੱਖਿਆ, ਕਹਿਣ ਲੱਗੇ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕਾਸ। ਤੇਰੀ ਕਿੰਨੀ ਕੁ ਬਚਨ ਦੀ ਆਸ ਹੈ? ਪਰ ਅਗਿਆਨਤਾ ਬੰਦੇ ਵਿੱਚ ਇਸ ਕਦਰ ਹੈ ਵੀ ਜਦੋਂ ਜ਼ਬਾਨ ਦੇ ਚਸਕੇ ਕਰਕੇ ਇੱਕ ਘਰ ਉਜੜਿਆ ਸੀ, ਬੰਦੇ ਨੇ ਉਹਦੇ ਤੋਂ ਸਿੱਖਿਆ ਨਹੀਂ ਲਈ। ਪੀੜ੍ਹੀਆਂ ਦੀਆਂ ਪੀੜ੍ਹੀਆਂ ਉਜੜ ਜਾਂਦੀਆਂ ਨੇ। ਜਦੋਂ ਅੱਖਾਂ ਦੇ ਤੱਕਣ ਕਰਕੇ ਕਿਸੇ ਇੱਕ ਦੀ ਜ਼ਿੰਦਗੀ ਤਬਾਹ ਹੋਈ ਸੀ, ਬੰਦੇ ਨੇ ਉਹ ਤੋਂ ਸਿੱਖਿਆ ਨਹੀਂ ਲਈ, ਕਿਉਂਕਿ ਅਗਿਆਨਤਾ ਨਾਲ ਹਿੱਤ ਪੈ ਗਿਆ ਨਾ। ਐਸਾ ਨਹੀਂ ਹੈ ਸਮਝ ਨਹੀਂ ਹੈ, ਸਮਝ ਹੋਣਾ ਹੋਰ ਗੱਲ ਹੈ, ਸਮਝ ਕੇ ਆਪਣੀ ਅਗਿਆਨਤਾ ਦਾ ਤਿਆਗ ਕਰਨਾ ਹੋਰ ਗੱਲ। ਹੁਣ ਆਪਾਂ ਜਿੰਨੇ ਇੱਥੇ ਬੈਠੇ, ਸਾਨੂੰ ਕਿਹਨੂੰ ਨਹੀਂ ਪਤਾ ਵੀ ਕ੍ਰੋਧ ਮਾੜਾ, ਪਤਾ ਹੈ ਨਾ, ਪਰ ਕਿਉਂ ਅਗਿਆਨਤਾ ਹੈ ਨਾ ਸਾਡੀ, ਵੀ ਸਾਨੂੰ ਫਿਰ ਵੀ ਹਿੱਤ ਹੈ ਕ੍ਰੋਧ ਨਾਲ। ਇਹਨੂੰ ਅਗਿਆਨਤਾ ਕਹਿੰਦੇ ਨੇ। ਸਮਝ ਲਿਓ ਉਦਾਹਰਨ ਨੂੰ, ਵੀ ਪਤਾ ਹੈਗਾ ਵੀ ਇਹ ਚੀਜ਼ ਮਾੜੀ ਹੈ, ਪਰ ਫਿਰ ਵੀ ਬੰਦੇ ਨੂੰ ਉਹਦੇ ਨਾਲ ਹਿੱਤ ਹੈ, ਫਿਰ ਵੀ ਮੋਹ ਹੈ। ਹੁਣ ਸਤਿਗੁਰੂ ਵਾਕ ਰੱਖ ਰਹੇ ਨੇ, ਕਹਿੰਦੇ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤ ਕਿਆਸ। ਅਗਲੇ ਬੰਦ ਵਿੱਚ ਆਖਿਆ ਤ੍ਰਿਗਦ ਜੋਨ ਅਚੇਤ। ਤ੍ਰਿਗਦ ਕਹਿੰਦੇ ਨੇ ਵਿੰਗੀਆਂ ਟੇਢੀਆਂ ਜੋਨਾਂ ਜਿਹੜੀਆਂ ਨੇ, ਇਹ ਤੇ ਅਚੇਤ ਹੈ, ਇਹਨਾਂ ਨੂੰ ਤੇ ਸਮਝ ਹੀ ਕੋਈ ਨਹੀਂ। ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਸੋਚ। ਇਹਨਾਂ ਨੂੰ ਨਾ ਪੁੰਨ ਦਾ ਪਤਾ, ਨਾ ਪਾਪ ਦਾ ਪਤਾ, ਨਾ ਇਹਨਾਂ ਦੀ ਕੋਈ ਸੋਚ ਹੈ। ਪੁੰਨ ਪਾਪ ਅਸੋਚ। ਤੇ ਸਤਿਗੁਰ ਨੇ ਅਗਲਾ ਵਾਕ ਰੱਖਿਆ, ਅਸੋਚ ਦਾ ਮਤਲਬ ਹੁੰਦਾ ਜਿਹੜੇ ਸੋਚ ਤੋਂ ਰਹਿਤ ਹੋਣ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ। ਮਨੁੱਖਾ ਅਵਤਾਰ ਦੁਰਲਭ ਤੇਹੀ ਸੰਗਤ ਪੋਚ। ਉਹ ਤੇਰਾ ਤੇ ਭਲਿਆ ਮਨੁੱਖਾ ਅਵਤਾਰ ਦੁਰਲਭ ਸੀ। ਤੂੰ ਤੇ ਇਸ ਧਰਤੀ ਦਾ ਸਰਦਾਰ ਸੀ, ਤੇਰੀ ਵੀ ਸੰਗਤ ਭੈੜੀ ਹੈ। ਮਨੁੱਖਾ ਅਵਤਾਰ ਦੁਰਲਭ ਤੇਹੀ ਸੰਗਤ ਪੋਚ। ਪੋਚ ਦਾ ਮਤਲਬ ਹੁੰਦਾ ਭੈੜੀ। ਜਿਵੇਂ ਭਗਤ ਰਵਿਦਾਸ ਸਾਹਿਬ ਨੇ ਇੱਕ ਜਗ੍ਹਾ ਤੇ ਹੋਰ ਆਖਿਆ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ। ਮੇਰੀ ਸੰਗਤ ਬਹੁਤ ਮਾੜੀ ਹੈ। ਅਗਲਾ ਬਚਨ ਰੱਖਿਆ, ਕਹਿਣ ਲੱਗੇ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਹੇ, ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਪਾਏ। ਆਪਣੇ ਕਰਮ ਆਪਣੇ ਸੁਭਾਅ ਦੇ ਕਰਕੇ ਬੰਦਾ ਉਧਰ ਨੂੰ ਤੁਰਿਆ ਹੋਇਆ ਹੈ, ਤੇ ਜਦੋਂ ਮੌਤ ਦੀ ਫਾਹੀ ਆਣ ਕੇ ਪੈਂਦੀ ਹੈ ਤੇ ਫਿਰ ਬੰਦੇ ਦਾ ਵਸ ਕੋਈ ਨਹੀਂ ਚੱਲਦਾ, ਫਿਰ ਕੋਈ ਹੀਲਾ ਨਹੀਂ ਚੱਲਦਾ। ਅਖੀਰਲੇ ਸਮਾਂ ਕਿਉਂਕਿ ਸਮਾਪਤ ਹੈ, ਅਖੀਰਲੇ ਬੰਦ ਵਿੱਚ ਭਗਤ ਰਵਿਦਾਸ ਕਹਿੰਦੇ ਨੇ, ਰਵਿਦਾਸ ਦਾਸ ਉਦਾਸ ਤਜ ਭ੍ਰਮ
ਤਪਨ ਤਪ ਗੁਰ ਗਿਆਨ, ਭਗਤ ਜਨ ਭੈ ਹਰਨ, ਪਰਮਾਨੰਦ ਕਰੋ ਨਿਧਾਨ। ਭਗਤ ਰਵਿਦਾਸ ਸਾਹਿਬ ਅਖੀਰਲੀ ਤੁਕ ਵਿੱਚ ਕਹਿੰਦੇ ਨੇ ਵੀ ਤੂੰ ਵੀ ਇਸ ਵਿਕਾਰਾਂ ਦੇ ਮੋਹ ਦੇ ਵਿੱਚੋਂ ਨਿਕਲ, ਇਹ ਭਟਕਣਾ ਛੱਡ ਦੇ, ਸਤਿਗੁਰ ਦਾ ਗਿਆਨ ਕਮਾ, ਜਿਹਦੇ ਨਾਲ ਤੇਰਾ ਕਲਿਆਣ ਹੋ ਸਕਦਾ, ਜਿਹਦੇ ਨਾਲ ਅਗਿਆਨਤਾ ਬਿਨ ਸਕਦੀ, ਅਗਿਆਨਤਾ ਜਾ ਸਕਦੀ ਏ। ਮਾਲਕ ਕਿਰਪਾ ਕਰੇ ਅਸੀਂ ਵੀ ਆਪਣੀ ਅਗਿਆਨਤਾ ਨੂੰ ਗਵਾ ਦਈਏ। ਅਗਿਆਨਤਾ ਹੀ ਸਾਡੇ ਦੁੱਖਾਂ ਦੀ ਜੜ ਹੈ, ਦੁੱਖਾਂ ਦੀ ਮੁੱਢ ਹੈ। ਜਿਸ ਬੰਦੇ ਦਾ ਅਗਿਆਨਤਾ ਨਾਲ ਮੋਹ, ਅਗਿਆਨੀ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਮਾੜੀ ਗੱਲ ਮੈਂ ਤਾਂ ਸ਼ਬਦ ਵਰਤਿਆ ਵੀ ਕਿਸੇ ਚੀਜ਼ ਦੀ ਕਿਸੇ ਨੂੰ ਸਮਝ ਨਹੀਂ ਹੈ ਤੇ ਗੱਲ ਚੱਲ ਜਾਂਦੀ ਹੈ, ਉਹਨੂੰ ਗਿਆਨ ਦਿੱਤਾ ਜਾ ਸਕਦਾ ਹੈ। ਪਰ ਜਿਸ ਬੰਦੇ ਨੂੰ ਆਪਣੀ ਅਗਿਆਨਤਾ ਦੇ ਉੱਤੇ ਫਕਰ ਮਹਿਸੂਸ ਹੋਣ ਲੱਗ ਪਵੇ, ਜਿਹਦਾ ਅਗਿਆਨਤਾ ਦੇ ਨਾਲ ਅਟੈਚਮੈਂਟ ਮੋਹ ਇਸ ਕਦਰ ਵੱਧ ਜਾਵੇ ਵੀ ਉਹ ਗਿਆਨ ਵਾਲੇ ਬੰਨੇ ਹੀ ਨਾ ਤੁਰੇ, ਉਸ ਬੰਦੇ ਦਾ ਕੋਈ ਹੀਲਾ ਨਹੀਂ ਹੋ ਸਕਦਾ, ਉਸ ਬੰਦੇ ਦਾ ਕੋਈ ਬਚਾਅ ਨਹੀਂ ਹੋ ਸਕਦਾ। ਇਹ ਪ੍ਰੇਰਨਾ ਭਗਤ ਰਵਿਦਾਸ ਸਾਹਿਬ ਨੇ ਸਾਨੂੰ ਦਿੱਤੀ ਹੈ ਕਿ ਕਿਵੇਂ ਇੱਕ ਇੱਕ ਰੋਗ ਕਰਕੇ ਜਿਹੜੇ ਜਾਨਵਰ ਸਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਇਹ ਅਚੇਤ ਹੈ, ਇਹਨਾਂ ਨੂੰ ਸਮਝ ਨਹੀਂ ਹੈ, ਉਹਨਾਂ ਨੇ ਆਪਣੇ ਆਪ ਨੂੰ ਬਰਬਾਦ ਕਰ ਲਿਆ। ਹੇ ਭਾਈ, ਤੈਨੂੰ ਵੀ 5 ਰੋਗ ਚਿੰਬੜੇ ਹੋਏ ਨੇ ਜਿਹੜੇ ਤੇਰੇ ਦੁੱਖਾਂ ਦਾ ਮੁੱਢ ਹਨ। ਤੂੰ ਵੀ ਗੁਰੂ ਤੋਂ ਗਿਆਨ ਲੈ ਕੇ ਇਹਨਾਂ ਵਿਕਾਰਾਂ ਨੂੰ ਛੱਡ ਕੇ ਰੱਬੀ ਪੰਧ ਉੱਤੇ ਚੱਲ। ਸੋ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।